ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਪਿਆਰਿਓ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਸੰਸਾਰ ਦਾ ਭਲਾ ਕਰਦੇ ਹੋਏ ਜਦੋਂ ਹਵਸ ਬਲਾਇਤ ਦੇਸ਼ ਦੇ ਵਿੱਚ ਪਹੁੰਚੇ ਤਾਂ ਉੱਥੇ ਦਾ ਜੋ ਰਾਜਾ ਸੀ ਉਹ ਬਹੁਤ ਦੁਸ਼ਟ ਵਿਅਕਤੀ ਸੀ। ਕੋਈ ਵੀ ਹਿੰਦੂ ਧਰਮ ਦਾ ਵਿਅਕਤੀ ਉਸ ਦੇ ਰਾਜ ਵਿੱਚ ਜਾਂਦਾ ਸੀ ਤਾਂ ਉਹ ਉਸ ਨੂੰ ਮ੍ਰਿਤਿੂ ਦੰਡ ਦੇ ਦਿੰਦਾ ਸੀ। ਇਸ ਪ੍ਰਕਾਰ ਸਾਰੇ ਪਾਸੇ ਉਸ ਰਾਜੇ ਦੀਆਂ ਗੱਲਾਂ ਹੋਣ ਲੱਗੀਆਂ। ਜੋ ਵੀ ਹਿੰਦੂ ਧਰਮ ਦਾ ਵਿਅਕਤੀ ਉਸ ਦੇ ਰਾਜ ਵਿੱਚ ਜਾਂਦਾ ਹੈ ਤਾਂ ਉਹ ਉਸ ਨੂੰ ਮ੍ਰਿਤਿੂ ਦੰਡ ਦੇ ਦਿੰਦਾ ਹੈ। ਇਸ ਤਰ੍ਹਾਂ ਆਸ-ਪਾਸ ਦੇ ਸਾਰੇ ਰਾਜਾਂ ਵਿੱਚ ਉਸ ਰਾਜੇ ਦੀ ਚਰਚਾ ਹੋਣ ਲੱਗੀ ਕਿ ਉਹ ਹਿੰਦੂਆਂ ਨੂੰ ਮ੍ਰਿਤਿੂ ਦੰਡ ਦਿੰਦਾ ਹੈ। ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਰਾਜ ਵਿੱਚ ਕੁਕਰਮ ਕਰ ਰਹੇ ਲੋਕਾਂ ਨੂੰ ਧਰਮ ਦਾ ਰਾਹ ਦਿਖਾਉਣ ਦੇ ਲਈ ਗਏ ਤਾਂ ਉਸ ਸਮੇਂ ਆਕਾਸ਼ ਵਿੱਚੋਂ ਇੱਕ ਚੋਲਾ ਗੁਰੂ ਜੀ ਦੇ ਚਰਨਾਂ ਦੇ ਵਿੱਚ ਆ ਪਿਆ। ਉਸ ਦਾ ਰੰਗ ਜਾਣਿਆ ਨਹੀਂ ਜਾ ਸਕਦਾ। ਉਸ ਦੇ ਉੱਪਰ ਕਈ ਤਰ੍ਹਾਂ ਦੀ ਭਾਸ਼ਾ ਲਿਖੀ ਹੋਈ ਸੀ। ਹਿੰਦੀ, ਫਾਰਸੀ, ਅਰਬੀ, ਤੁਰਕੀ ਤੇ ਸੰਸਕ੍ਰਿਤ ਦੇ ਅੱਖਰ ਵੀ ਉਸ ਦੇ ਉੱਪਰ ਲਿਖੇ ਹੋਏ ਸਨ। ਉਹ ਚੋਲਾ ਲੈ ਕੇ ਗੁਰੂ ਜੀ ਨੇ ਆਪਣੇ ਗਲੇ ਵਿੱਚ ਪਾ ਲਿਆ। ਉਸ ਦਾ ਰੰਗ ਕੁਦਰਤੀ ਬਹੁਤ ਸੋਹਣਾ ਸੀ। ਜਿਸ ਨਗਰ ਦੇ ਵਿੱਚ ਰਾਜਾ ਰਹਿੰਦਾ ਸੀ, ਗੁਰੂ ਜੀ ਉਸ ਨਗਰ ਦੇ ਵਿੱਚ ਜਾ ਕੇ ਬੈਠ ਗਏ। ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨੇ ਜੀ ਨੂੰ ਦੇਖ ਕੇ ਉਹ ਲੋਕ ਬਹੁਤ ਹੈਰਾਨ ਹੋਏ। ਜਦੋਂ ਲੋਕਾਂ ਨੂੰ ਪਤਾ ਚੱਲਿਆ ਤਾਂ ਸਾਰੇ ਲੋਕ ਭੱਜ ਕੇ ਗੁਰੂ ਜੀ ਨੂੰ ਦੇਖਣ ਆ ਰਹੇ ਸੀ ਤਾਂ ਉਹਨਾਂ ਦੇ ਵਿੱਚੋਂ ਕੁਝ ਲੋਕਾਂ ਨੇ ਸਾਰੀ ਖਬਰ ਜਾ ਕੇ ਰਾਜੇ ਤੱਕ ਪਹੁੰਚਾ ਦਿੱਤੀ। ਨਗਰ ਵਾਲੇ ਰਾਜੇ ਨੂੰ ਜਾ ਕੇ ਕਹਿਣ ਲੱਗੇ ਕਿ ਸਾਡੇ ਨਗਰ ਦੇ ਵਿੱਚ ਇੱਕ ਦਰਵੇਸ਼ ਆਇਆ ਹੈ। ਇਸ ਤਰ੍ਹਾਂ ਦਾ ਦਰਵੇਸ਼ ਨਾ ਹੀ ਅਸੀਂ ਪਹਿਲਾਂ ਦੇਖਿਆ ਹੈ ਤੇ ਨਾ ਹੀ ਇਸ ਧਰਤੀ ਦੇ ਉੱਤੇ ਹੋਵੇਗਾ। ਜੋ ਕੁਰਾਨ ਦੇ 30 ਸਿਪਾਰੇ ਹਨ ਉਹ ਚੋਲੇ ਤੇ ਲਿਖੇ ਹੋਏ ਹਨ। ਜੋ 5 ਪ੍ਰਕਾਰ ਦੇ ਅਕਸ਼ਰ ਹੈ ਉਹ ਵੀ ਬਹੁਤ ਸੁੰਦਰ ਤਰੀਕੇ ਦੇ ਨਾਲ ਲਿਖੇ ਹੋਏ ਹਨ। ਜਦੋਂ ਰਾਜੇ ਨੂੰ ਇਹ ਸਭ ਗੱਲਾਂ ਨਗਰ ਵਾਲਿਆਂ ਤੋਂ ਪਤਾ ਲੱਗੀਆਂ ਤਾਂ ਉਸ ਨੇ ਆਪਣੇ ਵਜ਼ੀਰਾਂ ਨੂੰ ਬੁਲਾ ਕੇ ਉਹਨਾਂ ਨੂੰ ਹੁਕਮ ਦਿੱਤਾ ਕਿ ਬਾਹਰ ਇੱਕ ਦਰਵੇਸ਼ ਆਇਆ ਹੈ, ਜਾਓ ਜਾ ਕੇ ਉਸ ਦਾ ਪੋਸ਼ਾਕ ਲੈ ਕੇ ਆਓ। ਰਾਜੇ ਦੀ ਆਗਿਆ ਮੰਨ ਕੇ ਉਸ ਦੇ ਵਜ਼ੀਰ ਜਦੋਂ ਗੁਰੂ ਜੀ ਦੇ ਕੋਲ ਗਏ ਤੇ ਕੋਲ ਜਾ ਕੇ ਖੜੇ ਹੋ ਗਏ ਤੇ ਗੁਰੂ ਜੀ ਨੂੰ ਕਹਿਣ ਲੱਗੇ, ਹੇ ਦਰਵੇਸ਼, ਇਹ ਜੋ ਚੋਲਾ ਤੁਸੀਂ ਪਾ ਰੱਖਿਆ ਹੈ ਇਸ ਨੂੰ ਸਾਨੂੰ ਦੇ ਦਿਓ। ਆਪ ਦੇ ਕੋਲ ਰਾਜੇ ਨੇ ਭੇਜਿਆ ਹੈ, ਉਸ ਦਾ ਹੁਕਮ ਨਾ ਮੋੜੋ, ਨਹੀਂ ਤਾਂ ਉਹ ਆਪ ਨੂੰ ਬਹੁਤ ਕਸ਼ਟ ਦੇਵੇਗਾ। ਇਹ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਅਗਰ ਤੁਹਾਡੇ ਕੋਲੋਂ ਇਹ ਚੋਲਾ ਉਤਰਦਾ ਹੈ ਤਾਂ ਉਤਾਰ ਕੇ ਲੈ ਜਾਓ। ਗੁਰੂ ਜੀ ਦੀ ਇਹ ਗੱਲ ਸੁਣ ਕੇ ਵਜ਼ੀਰਾਂ ਨੇ ਬਹੁਤ ਜ਼ੋਰ ਲਾਇਆ, ਲੇਕਿਨ ਉਹ ਚੋਲਾ ਉਹਨਾਂ ਤੋਂ ਨਹੀਂ ਉਤਰਿਆ। ਇਹ ਦੇਖ ਕੇ ਉਹ ਬਹੁਤ ਹੈਰਾਨ ਹੋਏ ਤੇ ਵਾਪਸ ਰਾਜੇ ਦੇ ਕੋਲ ਚਲੇ ਗਏ ਤੇ ਰਾਜੇ ਨੂੰ ਕਹਿਣ ਲੱਗੇ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਲੇਕਿਨ ਉਹ ਚੋਲਾ ਉਸ ਦੇ ਗਲੇ ਦੇ ਵਿੱਚੋਂ ਨਹੀਂ ਉਤਰਿਆ। ਇਹ ਸੁਣ ਕੇ ਰਾਜਾ ਬਹੁਤ ਗੁੱਸੇ ਵਿੱਚ ਆ ਗਿਆ ਤੇ ਆਪਣੇ ਵਜ਼ੀਰਾਂ ਨੂੰ ਕਿਹਾ ਕਿ ਉਸ ਦੇ ਵਿੱਚ ਹਿੰਦੂਆਂ ਦੇ ਲੱਛਣ ਹਨ। ਫਿਰ ਰਾਜੇ ਨੇ ਕਿਹਾ ਕਿ ਹੁਣ ਜਾਓ, ਉਸ ਨੂੰ ਪਾਣੀ ਦੇ ਵਿੱਚ ਡੁਬੋ ਦਿਓ। ਰਾਜੇ ਦਾ ਹੁਕਮ ਪਾ ਕੇ ਵਜ਼ੀਰ ਬਹੁਤ ਗੁੱਸੇ ਵਿੱਚ ਗੁਰੂ ਜੀ ਦੇ ਕੋਲ ਆਏ ਤੇ ਗੁਰੂ ਜੀ ਨੂੰ ਫੜ ਕੇ ਨਦੀ ਦੇ ਵਿੱਚ ਸੁੱਟ ਦਿੱਤਾ। ਜਦੋਂ ਗੁਰੂ ਜੀ ਨੂੰ ਨਦੀ ਦੇ ਵਿੱਚ ਸੁੱਟ ਦਿੱਤਾ ਤਾਂ ਜਿਹੜਾ ਚੋਲਾ ਗੁਰੂ ਜੀ ਨੇ ਗਲ ਵਿੱਚ ਪਾਇਆ ਸੀ ਉਹ ਰਤੀ ਭਰ ਵੀ ਗਿੱਲਾ ਨਹੀਂ ਹੋਇਆ, ਉਸ ਨੂੰ ਪਾਣੀ ਛੂਹ ਵੀ ਨਹੀਂ ਸਕਿਆ। ਗੁਰੂ ਜੀ ਨਦੀ ਦੇ ਬਾਹਰ ਆ ਕੇ ਨਦੀ ਦੇ ਕਿਨਾਰੇ ਬੈਠ ਗਏ। ਉੱਥੇ ਮੌਜੂਦ ਲੋਕਾਂ ਨੇ ਜਦੋਂ ਇਹ ਸਾਰਾ ਕੁਝ ਦੇਖਿਆ ਤਾਂ ਉਹ ਹੈਰਾਨ ਹੋ ਗਏ ਤੇ
ਉਹਨਾਂ ਨੇ ਰਾਜੇ ਨੂੰ ਖਬਰ ਕਰ ਦਿੱਤੀ ਕਿ ਆਪ ਨੇ ਜਿਸ ਨੂੰ ਪਾਣੀ ਵਿੱਚ ਡੁਬੋਣ ਦਾ ਹੁਕਮ ਦਿੱਤਾ ਸੀ ਉਹਨੂੰ ਡੁਬੋਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਉਸ ਨੂੰ ਕੁਝ ਨਹੀਂ ਹੋਇਆ, ਉਹ ਬਾਹਰ ਆ ਗਿਆ ਹੈ। ਇਹ ਸੁਣ ਕੇ ਰਾਜਾ ਹੋਰ ਵੀ ਗੁੱਸੇ ਵਿੱਚ ਆ ਗਿਆ। ਉਸਨੇ ਆਪਣੇ ਵਜ਼ੀਰਾਂ ਨੂੰ ਹੁਕਮ ਦਿੱਤਾ ਕਿ ਜਾਓ, ਜਾ ਕੇ ਉਸ ਨੂੰ ਅੱਗ ਦੇ ਵਿੱਚ ਜਲਾ ਦਿਓ। ਫਿਰ ਰਾਜੇ ਦਾ ਹੁਕਮ ਪਾ ਕੇ ਰਾਜੇ ਦੇ ਵਜ਼ੀਰਾਂ ਨੇ ਲੱਕੜੀਆਂ ਇਕੱਠੀਆਂ ਕੀਤੀਆਂ। ਲੱਕੜੀਆਂ ਇਕੱਠੀਆਂ ਕਰਕੇ ਉਸ ਦੇ ਉੱਪਰ ਗੁਰੂ ਜੀ ਨੂੰ ਬਿਠਾ ਦਿੱਤਾ ਤੇ ਚਾਰੇ ਪਾਸੇ ਅੱਗ ਲਾ ਦਿੱਤੀ, ਲੇਕਿਨ ਉਹ ਅੱਗ ਗੁਰੂ ਜੀ ਨੂੰ ਛੂਹ ਵੀ ਨਹੀਂ ਸਕੀ ਤੇ ਅੱਗ ਠੰਡੀ ਪੈ ਗਈ, ਲੱਕੜੀਆਂ ਵੀ ਭਸਮ ਹੋ ਗਈਆਂ। ਗੁਰੂ ਜੀ ਉਸ ਦੇ ਵਿੱਚ ਸ਼ੋਭ ਰਹੇ ਸੀ। ਜਦੋਂ ਇਹ ਦ੍ਰਿਸ਼ ਵਜ਼ੀਰਾਂ ਨੇ ਦੇਖਿਆ ਤਾਂ ਉਹ ਵੀ ਹੈਰਾਨ ਹੋ ਗਏ ਤੇ ਭੱਜ ਕੇ ਰਾਜੇ ਦੇ ਕੋਲ ਗਏ ਤੇ ਸਾਰੀ ਗੱਲ ਰਾਜੇ ਨੂੰ ਦੱਸੀ। ਇਹ ਸੁਣ ਕੇ ਰਾਜਾ ਵੀ ਹੈਰਾਨ ਹੋ ਗਿਆ ਤੇ ਹੋਰ ਵੀ ਗੁੱਸੇ ਦੇ ਵਿੱਚ ਆ ਗਿਆ ਤੇ ਕਹਿਣ ਲੱਗਾ ਕਿ ਇਹ ਫਕੀਰ ਕਰਾਮਾਤੀ ਲੱਗਦਾ ਹੈ, ਇਸ ਨੂੰ ਮੇਰੇ ਸਾਹਮਣੇ ਹਾਜ਼ਰ ਕਰੋ, ਉਸ ਤੋਂ ਬਾਅਦ ਇਸ ਨੂੰ ਮ੍ਰਿਤੂ ਦੰਡ ਦੇ ਦਿਓ। ਜਦੋਂ ਰਾਜਾ ਗੁਰੂ ਜੀ ਦੇ ਸਾਹਮਣੇ ਆਇਆ ਤਾਂ ਉਸਨੇ ਆਪਣੇ ਵਜ਼ੀਰਾਂ ਨੂੰ ਫਿਰ ਤੋਂ ਹੁਕਮ ਕੀਤਾ ਕਿ ਇਸ ਦੇ ਉੱਪਰ ਭਾਰੀ ਪੱਥਰ ਰੱਖ ਦਿਓ, ਜਿਸ ਵਜ੍ਹਾ ਦੇ ਨਾਲ ਇਸ ਦੀ ਮ੍ਰਿਤੂ ਹੋ ਜਾਵੇਗੀ। ਰਾਜੇ ਦਾ ਹੁਕਮ ਪਾ ਕੇ ਵਜ਼ੀਰਾਂ ਨੇ ਇਸ ਤਰ੍ਹਾਂ ਹੀ ਕੀਤਾ। ਭਾਰੀ ਪੱਥਰ ਗੁਰੂ ਜੀ ਦੇ ਉੱਪਰ ਰੱਖ ਦਿੱਤਾ। ਪੱਥਰ ਰੱਖ ਕੇ ਸਾਰੇ ਆਪਣੇ ਕੰਮ ਚਲੇ ਗਏ। ਜਦੋਂ ਸਵੇਰ ਹੋਈ ਤਾਂ ਵਜ਼ੀਰਾਂ ਨੇ ਦੇਖਿਆ ਕਿ ਗੁਰੂ ਜੀ ਤਾਂ ਪੱਥਰ ਦੇ ਉੱਪਰ ਬਿਰਾਜਮਾਨ ਹਨ, ਉਹਨਾਂ ਨੂੰ ਤਾਂ ਕੁਝ ਵੀ ਨਹੀਂ ਹੋਇਆ। ਇਹ ਦ੍ਰਿਸ਼ ਦੇਖ ਕੇ ਸਾਰੇ ਹੈਰਾਨ ਹੋ ਗਏ ਤੇ ਕਹਿਣ ਲੱਗੇ ਕਿ ਇਸ ਫਕੀਰ ਦੀ ਗਤ ਜਾਣੀ ਨਹੀਂ ਜਾ ਸਕਦੀ। ਫਿਰ ਉਹਨਾਂ ਨੇ ਜਾ ਕੇ ਰਾਜੇ ਨੂੰ ਸਾਰੀ ਗੱਲ ਦੱਸੀ। ਸਾਰੀ ਗੱਲ ਸੁਣ ਕੇ ਰਾਜਾ ਬਹੁਤ ਹੈਰਾਨ ਹੋਇਆ। ਫਿਰ ਰਾਜੇ ਨੇ ਆਪਣੇ ਸਮਝਦਾਰ ਮੰਤਰੀਆਂ ਦੇ ਨਾਲ ਇਸ ਬਾਰੇ ਚਰਚਾ ਕੀਤੀ ਤਾਂ ਉਹਨਾਂ ਨੇ ਰਾਜੇ ਨੂੰ ਕਿਹਾ ਕਿ ਉਹ ਖੁਦਾ ਦਾ ਰੂਪ ਹੈ, ਆਪ ਉਹਨਾਂ ਦੇ ਚਰਨਾਂ ਨੂੰ ਫੜ ਕੇ ਉਹਨਾਂ ਦੀ ਪੂਜਾ ਕਰੋ। ਇੰਨੀਆਂ ਕਰਾਮਾਤਾਂ ਕਿਸੇ ਵਿੱਚ ਨਹੀਂ ਹੋ ਸਕਦੀਆਂ। ਉਹ ਸਾਰੇ ਰਾਜੇ ਨੂੰ ਕਹਿਣ ਲੱਗੇ ਕਿ ਤੁਸੀਂ ਸਾਰੇ ਤਰੀਕਿਆਂ ਦੇ ਨਾਲ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਉਸ ਦਾ ਕੁਝ ਨਹੀਂ ਵਿਗਾੜ ਸਕੇ। ਇਸ ਲਈ ਹੁਣ ਤੁਸੀਂ ਦੀਨ ਹੋ ਕੇ ਉਹਨਾਂ ਦੇ ਚਰਨ ਫੜ ਲਓ ਤੇ ਆਪਣੀ ਭੁੱਲ ਦੀ ਮਾਫੀ ਮੰਗੋ। ਗੁਰੂ ਜੀ ਦੀਆਂ ਕਰਾਮਾਤਾਂ ਦੇਖ ਕੇ ਤੇ ਆਪਣੇ ਮੰਤਰੀਆਂ ਦੇ ਵਚਨ ਸੁਣ ਕੇ ਰਾਜਾ ਡਰ ਦੇ ਮਾਰੇ ਕੰਬ ਉੱਠਿਆ ਤੇ ਕਹਿਣ ਲੱਗਾ, ਮੈਂ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ। ਮੈਂ ਖੁਦਾ ਦੇ ਰੂਪ ਨੂੰ ਕਸ਼ਟ ਦਿੱਤਾ ਹੈ। ਹੁਣ ਮੇਰਾ ਸਾਰਾ ਦੇਸ਼ ਗਰਕ ਹੋ ਜਾਵੇਗਾ। ਇਹ ਸੋਚ ਕੇ ਰਾਜਾ ਬਹੁਤ ਸਾਰੇ ਉਪਹਾਰ ਲੈ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਗਿਆ। ਜਿਸ ਰਾਜੇ ਦਾ ਮਨ ਬਹੁਤ ਦੁਸ਼ਟ ਸੀ, ਭੈ ਦੇ ਕਾਰਨ ਉਸ ਦਾ ਮਨ ਦੀਨ ਹੋ ਗਿਆ ਤੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਜਾ ਗਿਰਿਆ ਤੇ ਕਹਿਣ ਲੱਗਾ ਕਿ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਹੈ, ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ। ਤੁਸੀਂ ਪੀਰਾਂ ਦੇ ਪੀਰ ਹੋ, ਤੁਸੀਂ ਹੀ ਖੁਦਾ ਹੋ, ਤੁਹਾਡੀ ਮਹਿਮਾ ਜਾਣੀ ਨਹੀਂ ਜਾ ਸਕਦੀ। ਮੈਂ ਆਪ ਜੀ ਦੀ ਰਜ਼ਾ ਨੂੰ ਅੰਦਰ ਧਾਰਨ ਕਰੂੰਗਾ। ਅੱਜ ਤੋਂ ਕੋਈ ਵੀ ਗਲਤ ਕੰਮ ਨਹੀਂ ਕਰੂੰਗਾ। ਮੈਂ ਅਣਜਾਣੇ ਵਿੱਚ ਇਹ ਸਭ ਕਰ ਬੈਠਾ ਹਾਂ, ਕਿਰਪਾ ਕਰਕੇ ਮੈਨੂੰ ਬਖਸ਼ ਦਿਓ। ਤੁਸੀਂ ਆਪਣੇ ਦਿਲ ਦਾ ਰੋਸ ਖਤਮ ਕਰੋ, ਮੇਰੇ ਉੱਪਰ ਕਿਰਪਾ ਦਾ ਹੱਥ ਰੱਖੋ ਜੀ। ਜਦੋਂ ਗੁਰੂ ਜੀ ਨੇ ਰਾਜੇ ਨੂੰ ਨਿਮਰਤਾ ਦੇ ਨਾਲ ਭਰਿਆ ਹੋਇਆ ਦੇਖਿਆ ਤਾਂ ਗੁਰੂ ਜੀ ਨੇ ਰਾਜੇ ਨੂੰ ਕਿਹਾ ਕਿ ਜੇ ਤੂੰ ਲੋਕਾਂ ਨੂੰ ਮਾਰਨਾ ਛੱਡ ਦੇਊਂਗਾ ਤਾਂ ਫਿਰ ਤੂੰ ਬਖਸ਼ਿਆ ਜਾ ਸਕਦਾ ਹੈ। ਅਗਰ ਲੋਕਾਂ ਨੂੰ ਮਾਰਨੋਂ ਨਹੀਂ ਹਟਿਆ ਤਾਂ ਨਰਕਾਂ ਦੇ ਵਿੱਚ ਬਹੁਤ ਸਜ਼ਾ ਪਾਵੇਂਗਾ। ਇਹ ਸੁਣ ਕੇ ਬਾਦਸ਼ਾਹ ਦੀਨ ਹੋ ਕੇ ਬੋਲਿਆ ਕਿ ਜਦੋਂ ਦਾ ਮੈਂ ਆਪ ਦੇ ਚਰਨਾਂ ਦੇ ਨਾਲ ਜੁੜਿਆ ਹਾਂ,
ਮੇਰੇ ਅੰਦਰ ਇੱਕ ਤੀਲਾ ਤੋੜਨ ਦੀ ਵੀ ਸ਼ਕਤੀ ਨਹੀਂ ਰਹੀ। ਮੈਂ ਆਪਣੇ ਆਪ ਨੂੰ ਆਪ ਦੇ ਅਧੀਨ ਕਰ ਦਿੱਤਾ ਹੈ। ਤੁਸੀਂ ਜੋ ਕਹੋਗੇ ਮੈਂ ਉਸੇ ਤਰ੍ਹਾਂ ਹੀ ਕਰੂੰਗਾ। ਗੁਰੂ ਜੀ ਨੇ ਉਸ ਨੂੰ ਇਹ ਗੱਲ ਕਹਿ ਕੇ ਕਿਹਾ ਕਿ ਅਗਰ ਤੂੰ ਮੇਰੀ ਗੱਲ ਮੰਨੀ ਹੈ ਤਾਂ ਸੁੱਖ ਦੇਣ ਵਾਲੇ ਸੱਚੇ ਨਾਮ ਦਾ ਸਿਮਰਨ ਕਰੋ ਤੇ ਲੋਕਾਂ ਦਾ ਭਲਾ ਕਰੋ। ਆਪਣੇ ਇਸ ਨਗਰ ਦੇ ਵਿੱਚ ਸਾਰੇ ਲੋਕਾਂ ਨੂੰ ਭੋਜਨ ਕਰਾਉਣ ਦੇ ਲਈ ਲੰਗਰ ਲਗਾਓ ਤਾਂ ਕਿ ਕੋਈ ਭੁੱਖਾ ਨਾ ਰਹਿ ਸਕੇ। ਜੋ ਵੀ ਇਸ ਨਗਰ ਦੇ ਵਿੱਚ ਆਵੇ ਉਸ ਦੀ ਸੇਵਾ ਕਰੋ। ਗਰੀਬਾਂ ਨੂੰ ਕੱਪੜੇ ਦਿਓ ਤੇ ਉਹਨਾਂ ਦੀ ਪਾਲਣਾ ਕਰੋ ਤੇ ਪਾਪ ਕਰਮ ਕਰਨੇ ਛੱਡ ਦਿਓ। ਗੁਰੂ ਜੀ ਦੇ ਬਚਨ ਮੰਨ ਕੇ ਰਾਜੇ ਨੇ ਸਾਰੇ ਕੰਮ ਕੀਤੇ ਤੇ ਸੱਚੇ ਨਾਮ ਦਾ ਸਿਮਰਨ ਰਾਜਾ ਕਰਨ ਲੱਗ ਪਿਆ। ਉਸਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਪੀਰ ਬਣਾ ਲਿਆ ਤੇ ਮੁਰੀਦ ਹੋ ਕੇ ਗੁਰੂ ਜੀ ਦੀ ਸੇਵਾ ਕੀਤੀ। ਇਸ ਤਰ੍ਹਾਂ ਗੁਰੂ ਜੀ ਕੁਛ ਦਿਨ ਉਸ ਨਗਰ ਦੇ ਵਿੱਚ ਰਹੇ ਤੇ ਪੂਰੇ ਨਗਰ ਦੇ ਵਿੱਚ ਗੁਰੂ ਜੀ ਦੀ ਚਰਚਾ ਹੋਣ ਲੱਗ ਪਈ। ਉਸ ਨਗਰ ਦੇ ਵਿੱਚ ਆਉਣ ਵਾਲੇ ਲੋਕਾਂ ਦਾ ਸਨਮਾਨ ਹੋਣ ਲੱਗਿਆ। ਨਗਰ ਵਾਸੀ ਖੁਦਾ ਦੀ ਬੰਦਗੀ ਕਰਨ ਲੱਗੇ। ਗੁਰੂ ਪਿਆਰਿਓ, ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ 17ਵੇਂ ਅਧਿਆਈ ਦੀ ਸਮਾਪਤੀ ਹੁੰਦੀ ਹੈ। ਪ੍ਰਸੰਗ ਸੁਣਾਉਣ ਵੇਲੇ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, क्षमा करियो। सतनाम श्री वाहिगुरु जी।